सत श्री अकाल। मैं मिसिज बलवीर कौर ब्रिज लाल जिंदल DAV पब्लिक स्कूल जाखल मंडी तो जमात 11वीं पाठ पुस्तक कवि रंग कविता अबला दा बल जिस दे कवि ਹਨ चरण सिंह शहीद। अबला जो आखण औरत ਨੂੰ ਉਹ ਸੋਝ ਜਰਾਨਾ ਕਰਦੇ ਨੇ, ਤੀਵੀਂ ਦੀ ਤਾਕਤ ਅੱਗੇ ਤਾਂ ਬ੍ਰਹਮੰਡ ਖੰਡ ਸਭ ਭਰਦੇ ਨੇ। ਕਾਦਰ ਦੀ ਕੁਦਰਤ ਤੀਵੀਂ ਹੈ ਜਿਸ ਦਾ ਸਭ ਵਿਸ਼ ਪਸਾਰਾ ਹੈ। ਕੁਦਰਤ ਅੱਗੇ ਹਿਮਾਲਿਆ ਵੀ ਇੱਕ ਜਰੇ ਵਾਂਗ ਵਿਚਾਰਾ ਹੈ। ਇਸ ਕਾਇਨਾਤ ਇਸ ਸ੍ਰਿਸ਼ਟੀ ਦੇ ਇਸ ਪ੍ਰਿਥਵੀ ਦੁਨੀਆ ਸਾਰੀ ਦੇ ਉਤਪਤੀ ਮੌਤ ਦੇ ਪਰਲੇ ਸਭ ਹਨ ਨਾਮ ਵੱਖੋ ਵੱਖਰੇ ਨਾਰੀ ਦੇ। ਸਭ ਤੋਂ ਪਹਿਲਾ ਇਹਦਾ ਪ੍ਰਸੰਗ ਹੈ ਕਿ ਇਹੀ ਕਵੀ ਸਤਰਾ ਕਵੀ ਰੰਗ ਪਾਠ ਪੁਸਤਕ ਵਿੱਚ ਦਰਜ ਚਰਨ ਸਿੰਘ ਸ਼ਹੀਦ ਦੁਆਰਾ ਲਿਖੀ ਹੋਈ ਕਵਿਤਾ ਅਬਲਾ ਦਾ ਬਲ ਵਿੱਚੋਂ ਲਈਆਂ ਗਈਆਂ ਹਨ। ਇਸ ਕਵਿਤਾ ਵਿੱਚ ਕਵੀ ਨੇ ਕਮਜ਼ੋਰ ਸਮਝਣ ਜਾਣ ਵਾਲੀ ਔਰਤ ਦੀ ਅਥਾਹ ਸ਼ਕਤੀ ਦਾ ਵਰਣਨ ਕੀਤਾ ਹੈ। ਵਿਆਖਿਆ ਇਹਨਾਂ ਸਤਰਾਂ ਵਿੱਚ ਕਵੀ ਕਹਿੰਦਾ ਹੈ ਕਿ ਜਿਹੜੇ ਵਿਅਕਤੀ ਔਰਤ ਨੂੰ ਕਮਜ਼ੋਰ ਸਮਝਦੇ ਹਨ ਉਹ ਬਿਨਾਂ ਕੁਝ ਸੋਚੇ ਸਮਝੇ ਹੀ ਇਹ ਗੱਲ ਝੱਟ ਕਹਿ ਦਿੰਦੇ ਹਨ। ਉਹ ਸ਼ਾਇਦ ਇਹ ਨਹੀਂ ਜਾਣਦੇ ਕਿ ਔਰਤ ਦੀ ਸ਼ਕਤੀ ਇੰਨੀ ਜ਼ਿਆਦਾ ਹੈ ਕਿ ਉਸ ਦੇ ਸਾਹਮਣੇ ਸਮੁੱਚਾ ਅਖੰਡ ਬ੍ਰਹਮੰਡ ਵੀ ਘਬਰਾ ਜਾਂਦਾ ਹੈ। ਕਵੀ ਕਹਿੰਦਾ ਹੈ ਕਿ ਜੇਕਰ ਅਸੀਂ ਪਰਮਾਤਮਾ ਦੀ ਸਾਜੀ ਹੋਈ ਕੁਦਰਤ ਬਾਰੇ ਜਾਣਨਾ ਹੋਵੇ ਤਾਂ ਸਿਰਫ ਔਰਤ ਤੋਂ ਹੀ ਪਤਾ ਲੱਗ ਸਕਦਾ ਹੈ। ਸਾਰੇ ਸੰਸਾਰ ਵਿੱਚ ਇਸੇ ਦਾ ਪਸਾਰਾ ਹੈ। ਜਿਵੇਂ ਕੁਦਰਤ ਜਾਂ ਕੁਦਰਤ ਦੇ ਕਹਿਰ ਅੱਗੇ ਹਿਮਾਲਿਆ ਪਰਬਤ ਵੀ ਇੱਕ ਕਿਨਕੇ ਵਾਂਗ ਜਾਪਦੇ ਹਨ, ਇਸੇ ਤਰ੍ਹਾਂ ਇਸਤਰੀ ਦੀ ਅਥਾਹ ਸ਼ਕਤੀ ਅੱਗੇ ਵੱਡੇ ਵੱਡੇ ਮਨੁੱਖ ਵੀ ਕਿਣਕਿਆਂ ਵਾਂਗ ਹੁੰਦੇ ਹਨ। ਇਸ ਵਿੱਚ ਕਾਇਨਾਤ ਸ੍ਰਿਸ਼ਟੀ ਧਰਤੀ ਭਾਵ ਸਾਰੀ ਦੁਨੀਆ ਸਮਾਈ ਹੋਈ ਹੈ। ਇਸ ਨੂੰ ਕਈ ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ, ਜਿਵੇਂ ਸਿਰਜਣਹਾਰੀ ਵੀ ਹੈ, ਮੌਤ ਦਾ ਕਾਰਨ ਵੀ ਬਣਦੀ ਹੈ ਅਤੇ ਪਰਲੋ ਲਿਆਉਣ ਵਾਲੀ ਇਹ ਵੀ ਹੈ। ਕਰਤੇ ਦੀ ਸ਼ਕਤੀ ਦਾ ਕਾਰਨ ਕੇਵਲ ਕੁਲ ਹੁਕਮੀ ਮਾਇਆ ਹੈ। ਮਾਨੋ ਇਸ ਮਾਇਆ ਔਰਤ ਦਾ ਫਰਮਾਨ ਜਗ ਤੇ ਛਾਇਆ ਹੈ। ਰੂਹ ਦੇ ਜਾਨ ਤੇ ਖੁਸ਼ੀ ਗਮੀ ਦੌਲਤ ਤੇ ਸ਼ਾਹੀ ਤੀਵੀਂ ਹੈ। ਤੀਵੀਂ ਅਤੀ ਉੱਚ ਮੁਕਤੀ ਹੈ, ਤੀਵੀਂ 84 ਨੀਵੀਂ ਹੈ। ਸਭ ਤੋਂ ਪਹਿਲਾਂ ਇਸ ਦਾ ਪ੍ਰਸੰਗ ਹੈ ਕਿ ਇਹ ਕਵੀ ਸਤਰਾਂ ਕਵੀ ਰੰਗ ਪਾਠ ਪੁਸਤਕ ਵਿੱਚ ਦਰਜ ਚਰਨ ਸਿੰਘ ਸ਼ਹੀਦ ਦੁਆਰਾ ਲਿਖੀ ਹੋਈ ਕਵਿਤਾ ਅਬਲਾ ਦਾ ਬਲ ਵਿੱਚੋਂ ਲਈਆਂ ਗਈਆਂ ਹਨ। ਇਸ ਕਵਿਤਾ ਵਿੱਚ ਕਵੀ ਨੇ ਕਮਜ਼ੋਰ ਸਮਝੀ ਜਾਣ ਵਾਲੀ ਔਰਤ ਦੀ ਅਥਾਹ ਸ਼ਕਤੀ ਦਾ ਵਰਣਨ ਕੀਤਾ ਹੈ। ਵਿਆਖਿਆ ਇਹਨਾਂ ਸਤਰਾਂ ਵਿੱਚ ਕਵੀ ਇਹ ਕਹਿੰਦਾ ਹੈ ਕਿ ਇਸ ਸੰਸਾਰ ਉੱਤੇ ਤੀਵੀਂ ਦਾ ਅਸਲ ਹੋਂਦ ਬਾਰੇ ਕਹਿੰਦਾ ਹੈ ਕਿ ਪਰਮਾਤਮਾ ਦੀ ਸ਼ਕਤੀ ਕਾਰਨ ਹੀ ਇਸ ਸੰਸਾਰ ਵਿਚਲੇ ਸਾਰੇ ਦੁਨਿਆਵੀ ਮਾਈ ਪਦਾਰਥ ਹਨ। ਭਾਵ ਦੁਨਿਆਵੀ ਪਦਾਰਥ ਪਰਮਾਤਮਾ ਦੇ ਹੁਕਮ ਵਿੱਚ ਬੱਝੇ ਹਨ, ਜਦਕਿ ਪਰਮਾਤਮਾ ਵੱਲੋਂ ਸਾਜੀ ਹੋਈ ਕੁਦਰਤ ਵਿੱਚ ਕੇਵਲ ਔਰਤ ਹੀ ਹੈ ਜਿਸ ਦਾ ਹੁਕਮ ਸਾਰੇ ਸੰਸਾਰ 'ਤੇ ਛਾਇਆ ਹੋਇਆ ਹੈ। ਭਾਵ ਕੁਦਰਤ ਨੇ ਸਮੁੱਚੀ ਮਾਇਆ ਦਾ ਰੂਪ ਔਰਤ ਨੂੰ ਹੀ ਦੇ ਦਿੱਤਾ ਹੈ। ਆਤਮਾ, ਸਰੀਰ, ਜਾਨ, ਖੁਸ਼ੀ ਗਮੀ, ਧਨ ਦੌਲਤ ਆਦਿ ਸਭ ਤੀਵੀਂ ਹੀ ਹੈ। ਔਰਤ ਵਿੱਚ ਇੰਨੀ ਸ਼ਕਤੀ ਹੈ ਕਿ ਉਹ ਮੁਕਤੀ ਪ੍ਰਦਾਨ ਕਰਨ ਵਾਲੀ ਹੈ ਅਤੇ 84 ਵਿੱਚ ਪਾਉਣ ਵਾਲੀ ਔਰਤ ਹੈ। ਤਲਵਾਰ ਕਲਮ ਦੋ ਚੀਜ਼ਾਂ ਹਨ, ਹੇਠ ਹਕੂਮਤ ਰਾਜਸਭੀ ਅਰਥਾਤ ਨਾਰ ਤੇ ਕਦਮਾਂ ਵਿੱਚ ਰੁਲਦੇ ਸੰਸਾਰ ਕਰਤਾਜ ਸਭੀ। ਤਕਦੀਰ ਤਪੱਸਿਆ ਹਮਦਰਦੀ ਦਾ ਨਿਤ ਪਾਠ ਪੜਾਉਂਦੇ ਨੇ। ਸੰਧਿਆ ਗਾਤਰੀ ਦੇਵ ਤੇ ਬਾਣੀ ਗੁਣ ਇਸਤਰੀ ਰੂਪ ਲਿੰਗ ਕਹਾਉਂਦੇ ਨੇ। ਇਸ ਸ਼ਕਤੀ ਵਾਲੀ ਨਾਰੀ ਜੀ ਇਨਸਾਨ ਰੂਪ ਦੇ ਵਿੱਚ ਆ ਜਾਵੇ। ਪ੍ਰਸੰਗ ਇਹ ਕਵੀ ਸਤਰਾ ਕਵੀ ਰੰਗ ਪਾਠ ਪੁਸਤਕ ਵਿੱਚ ਦਰਜ ਚਰਨ ਸਿੰਘ ਸ਼ਹੀਦ ਦੁਆਰਾ ਲਿਖੀ ਹੋਈ ਕਵਿਤਾ ਅਬਲਾ ਦਾ ਬਲ ਵਿੱਚੋਂ ਲਈਆਂ ਗਈਆਂ ਹਨ। ਇਸ ਕਵਿਤਾ ਵਿੱਚ ਕਵੀ ਨੇ ਕਮਜ਼ੋਰ ਸਮਝੀ ਜਾਣ ਵਾਲੀ ਔਰਤ ਦੀ ਅਥਾਹ ਸ਼ਕਤੀ ਦਾ ਵਰਣਨ ਕੀਤਾ ਹੈ। ਵਿਆਖਿਆ ਇਹਨਾਂ ਕਵੀ ਸਤਰਾਂ ਵਿੱਚ ਕਵੀ ਕਹਿੰਦਾ ਹੈ ਕਿ ਇਸ ਸੰਸਾਰ ਵਿੱਚ ਦੋ ਚੀਜ਼ਾਂ ਅਜਿਹੀਆਂ ਹਨ ਜੋ ਰਾਜ ਕਰਦੀਆਂ ਹਨ। ਉਹ ਹਨ ਤਲਵਾਰ ਤੇ ਦੂਜੀ ਹੈ ਕਲਮ। ਤਲਵਾਰ ਵਿੱਚ ਵੀ ਤਾਕਤ ਹੁੰਦੀ ਹੈ ਅਤੇ ਕਲਮ ਵਿੱਚ ਵੀ, ਕਿ ਭਾਵ ਲਿਖਤਾਂ ਰਾਹੀਂ ਵਿਚਾਰਾਂ ਰਾਹੀਂ ਰਾਜ ਕਰਨਾ। ਇਸ ਸੰਸਾਰਕ ਤਾਜ ਭਾਵ ਸੰਸਾਰ ਦੇ ਰਾਜ ਕਰਨ ਵਾਲੀ ਵੀ ਇਸਤਰੀ ਦੇ ਪੈਰਾਂ ਵਿੱਚ ਰੁਲਦੇ ਹਨ। ਸਾਡੇ ਵੱਲੋਂ ਰੋਜ਼ਾਨਾ ਵਰਤੇ ਜਾਣ ਵਾਲੇ ਅਨੇਕਾਂ ਸ਼ਬਦ ਜਿਵੇਂ ਤਕਦੀਰ, ਤਪੱਸਿਆ, ਹਮਦਰਦੀ, ਸੰਧਿਆ, ਸ਼ਾਮ, ਗਾਇਤਰੀ, ਬਾਣੀ ਆਦਿ ਇਸਤਰੀ ਲਿੰਗ ਵਾਲੇ ਜਿਹੜੇ ਹਨ ਵਿਆਕਰਨਕ ਸ਼ਬਦ ਹਨ। ਅਤੇ ਜੇਕਰ ਇਹਨਾਂ ਸ਼ਬਦਾਂ ਦੀ ਅਸਲੀ ਸ਼ਕਤੀ ਜੇ ਔਰਤ ਵਜੋਂ ਇਨਸਾਨ ਰੂਪ ਵਿੱਚ ਸਾਹਮਣੇ ਆ ਜਾਵੇ ਤਾਂ ਫਿਰ ਉਹ ਲੋਕ ਉਸ ਨੂੰ ਅਬਲਾ ਕਮਜ਼ੋਰ ਕਹਿ ਕੇ ਤਾਨੇ ਮਾਰਦੇ ਹਨ, ਉਸ ਨੂੰ ਦੁਖੀ ਕਰਦੇ ਹਨ। ਹਾਲਾਂਕਿ ਅਬਲਾ ਦੇ ਹੱਥ ਹੀ ਸਭ ਮੁਲਕਾਂ ਸੰਗੀਆਂ ਵਾਂਗਾਂ ਨੇ।
ਅਬਲਾ ਦੇ ਜਾਗਣ ਤੇ ਹੀ ਕੌਮਾਂ ਨੂੰ ਆਈਆਂ ਜਾਗਾਂ ਨੇ। ਅਬਲਾ ਹਰ ਘਰ ਦੀ ਰਾਣੀ ਹੈ, ਅਬਲਾ ਪੈਦਾ ਬਲਵਾਨ ਕਰੇ। ਅਬਲਾ ਜੀ ਚਾਹੇ ਤਾਂ ਘਰ ਸੁਥਰਾ, ਅਬਲਾ ਜੀ ਕਾਹੇ ਵੀਰਾਨ ਕਰੇ। ਅਬਲਾ ਜੀ ਗਿਰਾਵੇ ਪਤਾਲ ਸੁੱਟੇ, ਅਬਲਾ ਜੀ ਉਠਾਵੇ ਤਾਂ ਮੁਕਤੀ ਮਿਲੇ। ਅਬਲਾ ਤੋਂ ਬਲ ਧੀਰਜ ਸ਼ਕਤੀ, ਦ੍ਰਿੜਤਾ ਸ਼ਾਂਤੀ ਤੇ ਯੁਕਤੀ ਮਿਲੇ। ਪ੍ਰਸੰਗ: ਇਹ ਕਵੀ ਸਤਰਾਂ ਕਵੀ ਰੰਗ ਪਾਠ ਪੁਸਤਕ ਵਿੱਚ ਦਰਜ ਚਰਨ ਸਿੰਘ ਸ਼ਹੀਦ ਦੁਆਰਾ ਲਿਖੀ ਹੋਈ ਕਵਿਤਾ ਅਬਲਾ ਦਾ ਬਲ ਵਿੱਚੋਂ ਲਈਆਂ ਗਈਆਂ ਹਨ। ਇਸ ਕਵਿਤਾ ਵਿੱਚ ਕਵੀ ਨੇ ਕਮਜ਼ੋਰ ਸਮਝੀ ਜਾਣ ਵਾਲੀ ਔਰਤ ਦੀ ਅਥਾਹ ਸ਼ਕਤੀ ਦਾ ਵਰਣਨ ਕੀਤਾ ਹੈ। ਵਿਆਖਿਆ: ਇਹਨਾਂ ਕਵੀ ਸਤਰਾਂ ਵਿੱਚ ਕਵੀ ਕਹਿੰਦਾ ਹੈ ਕਿ ਹਾਲਾਂਕਿ ਸਾਰੇ ਦੇਸ਼ ਕੌਮ ਦੀਆਂ ਵਾਗਾਂ ਡੋਰਾ ਇਸ ਅਬਲਾ ਕਹਾਈ ਜਾਣ ਵਾਲੀ ਔਰਤ ਦੇ ਹੱਥ ਵਿੱਚ ਹੀ ਹਨ। ਅਬਲਾ ਵਿੱਚ ਗਾਤਰੀ ਆਉਣ ਵਾਲੀ ਤੇ ਕੌਮਾਂ ਦੀ ਵੀ ਤਰੱਕੀ ਕੀਤੀ ਹੈ ਇਸਨੇ। ਉਸਦੀ ਹਸਤੀ ਤਾਂ ਰਾਣੀਆਂ ਵਰਗੀ ਹੈ ਜੋ ਹਰ ਘਰ ਵਿੱਚ ਰਾਣੀ ਹੁੰਦੀ ਹੈ, ਕਿਉਂਕਿ ਇਹ ਮਹਾਨ ਸੂਰਬੀਰ ਯੋਧਿਆਂ ਨੂੰ ਜਨਮ ਦਿੰਦੀ ਹੈ। ਫਿਰ ਇਸਨੇ ਕਈ ਰੂਪ ਹਨ ਜੋ ਇਸਦੀ ਇੱਛਾ 'ਤੇ ਨਿਰਭਰ ਹਨ। ਜੇ ਚਾਹੇ ਤਾਂ ਘਰ ਨੂੰ ਸਵਰਗ ਬਣਾ ਸਕਦੀ ਹੈ, ਜੇ ਚਾਹੇ ਤਾਂ ਨਰਕ ਵੀ ਬਣਾ ਸਕਦੀ ਹੈ। ਜੇ ਇਹ ਕਿਸੇ ਦੇ ਕਹਿਰਵਾਨ ਹੋ ਜਾਵੇ ਤਾਂ ਇਹ ਦੁਰਗਾ ਦਾ ਰੂਪ ਹੀ ਧਾਰਨ ਕਰ ਸਕਦੀ ਹੈ ਤੇ ਉਸ ਨੂੰ ਤਾਸ ਤੋਂ ਧਰਤੀ 'ਤੇ ਸੁੱਟ ਸਕਦੀ ਹੈ। ਤੇ ਜੇ ਇਹ ਮਿਹਰਬਾਨ ਹੋ ਜਾਏ ਤਾਂ ਇਨਸਾਨ ਮੁਕਤੀ ਪ੍ਰਾਪਤ ਕਰ ਸਕਦਾ ਹੈ। ਇਹ ਵਿਨਾਸ਼ਕ ਤੋਂ ਮੁਕਤੀ ਦਾਤਾ ਦੇ ਰੂਪ ਵਿੱਚ ਵੀ ਹੈ। ਇਸੇ ਤੋਂ ਹੀ ਸਾਨੂੰ ਤਾਕਤ, ਹੌਸਲਾ, ਬੀਰਤਾ ਤੇ ਮਜ਼ਬੂਤੀ, ਸ਼ਾਂਤੀ ਦਾ ਆਨੰਦ ਪ੍ਰਾਪਤ ਕਰਨ ਦੀ ਜਾਚ ਆਉਂਦੀ ਹੈ। ਇਸ ਸੁੰਦਰ ਨਾਜ਼ੁਕ ਨਾਰੀ ਨੂੰ ਨਾ ਕੋਹ ਅਬਲਾ ਨਾ ਕੋਹ ਅਬਲਾ, ਇਸ ਤੇ ਬਲ ਤਾਂ ਨਹੀਂ ਅੰਤ ਕੋਈ ਹੈ। ਬੜੀ ਬਲਵਾਨ ਬੜੀ ਸਬਲਾ, ਸਭ ਸਤ ਰੱਖਿਆ ਤੇ ਉਪਕਾਰ ਲਈ ਜਦ ਅਬਲਾ ਬਲ ਦਿਲਾਉਂਦੀ ਹੈ ਤਾਂ ਉਸਦਾ ਮਹਾਜਲਾਲ ਦੇਖ ਸਭ ਕਾਇਨਾਤ ਥਰ ਥਰਾਉਂਦੀ ਹੈ। ਜੇ ਤੀਰ ਚਲਾਵੇ ਨੈਣਾ ਤੇ ਤਾਂ ਘਾਇਲ ਮਰਦ ਹਜ਼ਾਰ ਕਰੇ। ਜੇ ਸੁਥਰੇ ਦਿਲ ਵਿੱਚ ਜੋਸ਼ ਭਰੇ ਤਾਂ ਚਰਨ ਤਲੇ ਸੰਸਾਰ ਕਰੇ। ਪ੍ਰਸੰਗ: ਇਹ ਕਵੀ ਸਤਰਾਂ ਕਵੀ ਰੰਗ ਪਾਠ ਪੁਸਤਕ ਵਿੱਚ ਦਰਜ ਚਰਨ ਸਿੰਘ ਸ਼ਹੀਦ ਦੁਆਰਾ ਲਿਖੀ ਹੋਈ ਕਵਿਤਾ ਅਬਲਾ ਦਾ ਬਲ ਵਿੱਚੋਂ ਲਈਆਂ ਗਈਆਂ ਹਨ। ਇਸ ਕਵਿਤਾ ਵਿੱਚ ਕਵੀ ਨੇ ਕਮਜ਼ੋਰ ਸਮਝੀ ਜਾਣ ਵਾਲੀ ਔਰਤ ਦੀ ਅਥਾਹ ਸ਼ਕਤੀ ਦਾ ਵਰਣਨ ਕੀਤਾ ਹੈ। ਵਿਆਖਿਆ: ਇਹਨਾਂ ਕਵੀ ਸਤਰਾਂ ਵਿੱਚ ਕਵੀ ਸਮੁੱਚੇ ਲੋਕਾਂ ਨੂੰ ਬੇਨਤੀ ਕਰਦਾ ਹੋਇਆ ਕਹਿੰਦਾ ਹੈ ਕਿ ਇਸ ਸੁੰਦਰ ਤੇ ਕੋਮਲ ਜਿਹੀ ਇਸਤਰੀ ਨੂੰ ਅਬਲਾ ਨਾ ਕਹੋ, ਕਿਉਂਕਿ ਇਸ ਦੇ ਬਲ ਦਾ ਕੋਈ ਅੰਤ ਨਹੀਂ ਹੈ। ਇਹ ਤਾਂ ਬੜੀ ਬਲਵਾਨ ਹੈ, ਬੜੀ ਬਹਾਦਰ ਹੈ। ਜਦੋਂ ਕਿਸੇ ਇਸ ਨੂੰ ਆਪਣੀ ਇੱਜ਼ਤ ਦੀ ਰੱਖਿਆ ਕਰਨੀ ਪੈ ਜਾਵੇ ਤਾਂ ਕਿਸੇ ਤੇ ਕੋਈ ਭਲਾ ਕਰਨਾ ਪੈ ਜਾਵੇ ਤਾਂ ਉਸ ਵੇਲੇ ਇਸ ਅਬਲਾ ਵਿੱਚ ਕਹਿਰਾਂ ਦੀ ਤਾਕਤ ਆ ਜਾਂਦੀ ਹੈ। ਉਸ ਵੇਲੇ ਅੰਤਾਂ ਦੇ ਗੁੱਸੇ ਵਿੱਚ ਆਈ ਹੋਈ ਦੇ ਚਿਹਰੇ ਦਾ ਨੂਰ ਵੇਖ ਕੇ ਸਾਰੀ ਦੁਨੀਆ ਹੀ ਕੰਬ ਜਾਂਦੀ ਹੈ ਤੇ ਜੇ ਦਿਲ ਵਿੱਚ ਜੋਸ਼ ਭਰਿਆ ਹੋਵੇ ਤਾਂ ਪੂਰੇ ਸੰਸਾਰ ਨੂੰ ਆਪਣੇ ਪੈਰਾਂ ਹੇਠ ਕਰ ਸਕਦੀ ਹੈ। ਧੰਨਵਾਦ।